ਸਾਧ ਸੰਗਤ ਸੱਚਖੰਡ ਦਾ ਨਿਰਣਾ। ਗੁਰੂ ਨਾਨਕ ਨਿਰੰਕਾਰੀ ਨੇ 10 ਗੁਰ ਜਾਮੇ ਜੋਤ ਓਹਾ ਜੁਗਤ ਸਾਏ ਸ਼ਹਿ ਕਾਇਆ ਫੇਰ ਪਲਟੀਐ ਦੇ ਭਾਵ ਅਨੁਸਾਰ ਧਾਰ ਕੇ ਨਿਰੰਕਾਰੀ ਸੱਚਖੰਡ ਦਾ ਕੀਰਤਨ ਕੁਲਾਹਲੀ ਪ੍ਰਵਾਹ ਧੁਰੋਂ ਸੱਚਖੰਡੋਂ ਉਤਰੀ ਬਾਣੀ ਦਾ ਅਖੰਡ ਕੀਰਤਨੀ ਪ੍ਰਵਾਹ ਪਾਰ ਲੋਕੋਂ ਸੱਚਖੰਡੋਂ ਲਿਆ ਕੇ ਇਸ ਲੋਕ ਵਿਖੇ ਇਸ ਧਰਤੀ ਉੱਤੇ ਗੁਰੂ ਸਾਧ ਸੰਗ ਸਮਾਗਮੀ ਮੰਡਲ ਰਚ ਕੇ ਹੂ ਬਹੂ ਸੱਚਖੰਡੀ ਕੀਰਤਨ ਕਰਨ ਵਿਖੇ ਹੀ ਚਲਾਇਆ, ਜਿਸ ਕਰਕੇ ਗੁਰੂ ਘਰ ਦੇ ਅਖੰਡ ਕੀਰਤਨੀ ਸਤਸੰਗ ਮੰਡਲ ਸੱਚਖੰਡ ਦਾ ਨਮੂਨਾ ਹੀ ਬਣ ਗਏ। ਸ੍ਰੀ ਅੰਮ੍ਰਿਤ ਸਰੋਵਰ ਮਧਿਆਨੀ ਹਰਿਮੰਦਰ ਦਰਬਾਰ ਸਾਹਿਬ ਤਾਂ ਵਿਸ਼ੇਸ਼ ਕਰਕੇ ਸਾਧ ਸੰਗਤ ਸੱਚਖੰਡ ਵਸਾਇਆ ਦਾ ਹੂ ਬਹੂ ਨਮੂਨਾ ਇਸ ਧਰਤੀ ਉੱਪਰ ਕਾਇਮ ਦਾਇਮ ਹੋ ਗਿਆ। ਗੁਰੂ ਨਾਨਕ ਨਿਰੰਕਾਰੀ ਦੇ ਆਗਮਨ ਤੋਂ ਪਹਿਲਾਂ ਇਹ ਸੱਚਖੰਡੀ ਕੀਰਤਨ ਦਰਬਾਰੀ ਮੰਡਲ ਦੇ ਨਮੂਨੇ ਇਸ ਧਰਤੀ ਇਸ ਲੋਕ ਵਿਖੇ ਕਿਤੇ ਵੀ ਨਹੀਂ ਸਨ, ਕਿਉਂ ਜੋ ਧੁਰੋਂ ਸੱਚਖੰਡੋਂ ਅਵਤਰੀ ਅੰਮ੍ਰਿਤ ਬਾਣੀ ਅਜੇ ਅਵਤਰੀ ਹੀ ਨਹੀਂ ਸੀ। ਅਵਤਰੀ ਤਾਂ ਧੁਰੋਂ ਪਠਾਏ ਗੁਰੂ ਨਾਨਕ ਜੋਤ ਜਾਮੀਏ ਗੁਰੂ ਸਾਹਿਬਾਨ ਦੁਆਰਾ ਅਵਤਰੀ, ਤਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਅਰਸ਼ਾਂ ਕੁਰਸ਼ਾਂ ਤੋਂ ਆ ਕੇ ਇਸ ਫਰਸ਼ੀ ਦੁਨੀਆ ਤੇ ਸਾਧ ਸੰਗ ਸੱਚਖੰਡ ਆਣ ਵਸਾਇਆ, ਜੈਸਾ ਕਿ ਭਾਈ ਗੁਰਦਾਸ ਜੀ ਦਾ ਮਹਾਵਾਕ ਹੈ। ਪੂਰਾ ਸਤਿਗੁਰ ਜਾਣੀਐ ਪੂਰੇ ਪੂਰਾ ਥਾਟ ਬਣਾਇਆ, ਪੂਰੇ ਪੂਰਾ ਸਾਧ ਸੰਗ ਪੂਰੇ ਪੂਰਾ ਮੰਤਰ ਦੜਾਇਆ, ਪੂਰੇ ਪੂਰਾ ਪਿਰਮ ਰਸ ਪੂਰਾ ਗੁਰਮੁਖ ਪੰਥ ਚਲਾਇਆ, ਪੂਰੇ ਪੂਰਾ ਦਰਸ਼ਨੋਂ ਪੂਰੇ ਪੂਰਾ ਸ਼ਬਦ ਸੁਣਾਇਆ, ਪੂਰੇ ਪੂਰਾ ਬਹਿਣਾ ਪੂਰੇ ਪੂਰਾ ਤਖਤ ਰਚਾਇਆ। ਸਾਧ ਸੰਗਤ ਸੱਚਖੰਡ ਹੈ ਭਗਤ ਵਛਲ ਹੋਏ ਵਸਗਤ ਆਇਆ, ਸਾਧ ਸੰਗਤ ਸੱਚ ਨਾਉ ਗੁਰ ਗਿਆਨ ਧਿਆਨ ਸਿੱਖਾਂ ਸਮਝਾਇਆ, ਗੁਰ ਚੇਲੇ ਪਰਚਾ ਪਰਚਾਇਆ। ਤਥਾ ਪਾਰ ਬ੍ਰਹਮ ਪੂਰਨ ਬ੍ਰਹਮ ਨਿਰੰਕਾਰ ਆਕਾਰ ਬਣਾਇਆ, ਅਭਿਗਤ ਗਤ ਅਗਾਧ ਬੋਧ ਗੁਰਮੂਰਤ ਹੋਏ ਅਲਖ ਲਖਾਇਆ, ਸਾਧ ਸੰਗਤ ਸੱਚਖੰਡ ਵਿੱਚ ਭਗਤ ਵਛਲ ਹੋਏ ਅਛਲ ਛਲਾਇਆ, ਚਾਰ ਵਰਨ ਇੱਕ ਵਰਨ ਹੋਏ ਆਦ ਪੁਰਖ ਆਦੇਸ਼ ਕਰਾਇਆ, ਧਿਆਨ ਮੂਲ ਦਰਸ਼ਨ ਗੁਰੂ ਛੇ ਦਰਸ਼ਨ ਦਰਸ਼ਨ ਵਿੱਚ ਆਇਆ, ਆਪੇ ਆਪ ਨ ਆਪ ਜਣਾਇਆ। ਵਿਆਖਿਆ। ਪੂਰਨ ਬ੍ਰਹਮ ਪਾਰ ਬ੍ਰਹਮ ਵਾਹਿਗੁਰੂ ਨਿਰੰਕਾਰ ਆਪ ਆਕਾਰ ਧਾਰ ਕੇ ਗੁਰੂ ਨਾਨਕ ਸਰੂਪ ਜੋਤ ਜਾਮੇ ਵਿੱਚ ਪ੍ਰਗਟ ਹੋਇਆ ਅਤੇ ਆਪਣੇ ਅਭਿਗਤ ਗਤੀ ਵਾਲੇ ਅਗਾਧ ਬੋਧ ਅਲਖ ਸਰੂਪ ਨੂੰ ਗੁਰਮੂਰਤ ਹੋਏ ਕਹਿ ਅਰਥਾਤ ਗੁਰੂ ਨਾਨਕ ਦਾ ਜੋਤ ਜਾਮਾ ਧਾਰ ਕੇ ਸੰਸਾਰੀ ਜੀਵਾਂ ਪ੍ਰਤੀ ਲਖਾਇਆ। ਕਿਉਂਕਿ ਸਾਧ ਸੰਗਤ ਰੂਪੀ ਸੱਚਖੰਡ ਵਸਾ ਕੇ ਇਸ ਸਾਧ ਸੰਗਤ ਰੂਪੀ ਸੱਚਖੰਡ ਵਿਖੇ ਭਗਤ ਵਛਲ ਹੋਏ ਕਹਿ ਆਣ ਉਤਰਿਆ। ਇਸ ਬਿਧ ਉਸ ਅਛਲ ਰੂਪ ਨੇ ਸਾਧ ਸੰਗਤ ਅਤੇ ਭਗਤਾਂ ਦੇ ਵਸਗਤ ਹੋ ਕੇ ਆਪਣੇ ਆਪ ਨੂੰ ਛਲਾਏ ਲਿਆ। ਜੋ ਕਿਸੇ ਦੇ ਛਲ ਵਿੱਚ ਕਿਸੇ ਦੇ ਵਸ ਵਿੱਚ ਨਹੀਂ ਆਉਂਦਾ ਸੀ, ਆਪ ਗੁਰੂ ਜੋਤ ਹੋਏ ਕੇ ਗੁਰੂ ਨਾਨਕ ਨਿਰੰਕਾਰੀ ਦੇ ਵਸਗਤ ਹੋਏ ਆਪਣੀ ਅਛਲ ਅਕਲ ਕਲਾ ਨੂੰ ਛਲਾਏ ਲਿਆ। ਗੁਰੂ ਨਾਨਕ ਨਿਰੰਕਾਰੀ ਨੇ ਇਹ ਅਛਲ ਛਲਾਈ ਨਿਰੰਕਾਰ ਰੂਪ ਧਾਰ ਕੇ ਵਰਨ ਆਸ਼ਰਮਾਂ ਦਾ ਭੇਦ ਮਿਟਾਏ ਕੇ ਚਾਰੇ ਵਰਨ ਆਸ਼ਰਮ ਸਾਰੇ ਮਜ਼ਹਬ ਮਤਾਂ ਨੂੰ ਆਪਣਾ ਛਲਣਹਾਰਾ ਜਲਵਾ ਰੂਪ ਦਿਖਾਏ ਕੇ ਐਸਾ ਮੋਤ ਕਰਕੇ ਛਲ ਲਿਆ ਕਿ ਸਾਰੇ ਆਦ ਪੁਰਖ ਦੀ ਆਦੇਸ਼ ਨਿਵੇਦਨੀ ਭਗਤੀ ਵਿੱਚ ਹੀ ਲੱਗ ਗਏ। ਦੂਜੇ ਭਾਵ ਦੀਆਂ ਉਪਾਸ਼ਨਾ ਛੱਡ ਕੇ ਕੇਵਲ ਇੱਕ ਅਕਾਲ ਪੁਰਖ ਦੀ ਅਰਾਧਨਾ ਵਿੱਚ ਹੀ ਲੱਗ ਗਏ। ਅਕਾਲ ਪੁਰਖ ਦਾ ਨਿਰੰਕਾਰੀ ਰੂਪ ਉਹਨਾਂ ਨੂੰ ਇਸੇ ਮਹਾਤਲੋਕ ਵਿਖੇ ਹੀ ਅਛਲ ਛਲੀ ਜਲਵੇ ਵਿੱਚ ਜਲਵਾਗਰ ਹੋ ਗਿਆ। ਸਤਿਗੁਰੂ ਦਾ ਨਿਰੰਕਾਰੀ ਆਕਾਰੀ ਸਤਿਗੁਰੂ ਦਾ ਜੋਤ ਸਰੂਪੀ ਦਰਸ਼ਨ ਸਾਰਿਆਂ ਦਾ ਹੀ ਧਿਆਨ ਮੂਲ ਬਣ ਗਿਆ। ਖਟ ਦਰਸ਼ਨੀ ਮਤਾਂ ਦੇ ਉਪਾਸ਼ਕ ਆਨ ਦੇਵੀ ਦੇਵਤਿਆਂ ਦੇ ਆਰਾਧਕ ਸਾਰੇ ਉਸ ਧਿਆਨ ਮੂਲ ਦਰਸ਼ਨ ਵੱਲ ਹੀ ਉਲਟ ਪਏ ਅਤੇ ਇਸੇ ਗੁਰੂ ਨਿਰੰਕਾਰੀ ਦਰਸ਼ਨ ਵਿੱਚ ਸਮਾ ਗਏ। ਭਾਵ ਇਹ ਕਿ ਕਲਯੁਗ ਉਧਾਰਿਆ ਗੁਰਦੇਵ ਦੇ ਵਾਕ ਅਨੁਸਾਰ ਸਭ ਦਾ ਨਿਸਤਾਰਾ ਗੁਰੂ ਘਰ ਵਿੱਚ ਹੀ ਆ ਕੇ ਹੋਇਆ, ਹੋ ਰਿਹਾ ਹੈ ਤੇ ਹੋਵੇਗਾ। ਵਾਧਾ ਇਹ ਕਿ ਗੁਰੂ ਨਾਨਕ ਨਿਰੰਕਾਰੀ ਦੇ ਗੁਰੂ ਜੋਤ ਜਾਮੇ ਨਿਰੰਕਾਰ ਦਾ ਸਰੂਪ ਹੀ ਸਨ, ਆਪ ਨਿਰੰਕਾਰੀ ਹੀ ਸਨ, ਪਰ ਆਪਣੇ ਆਪ ਨੂੰ ਉਹਨਾਂ ਨਿਰੰਕਾਰ ਕਰਕੇ ਨਹੀਂ ਜਣਾਇਆ। ਪੂਰੇ ਸਤਿਗੁਰ ਦੀ ਇਹੋ ਨਿਸ਼ਾਨੀ ਹੈ। ਪੂਰਾ ਸਤਿਗੁਰੂ ਗੁਰੂ ਨਾਨਕ ਸੱਚਾ ਪਾਤਸ਼ਾਹ ਹੀ ਹੋਇਆ ਹੈ। ਆਪਣੇ ਗੁਰ ਸਰੂਪ ਦੱਸੇ ਜੋਤ ਜਾਮਿਆਂ ਸੰਯੁਕਤ ਇਸ ਪੂਰੇ ਸਤਿਗੁਰੂ ਨੇ ਪੂਰਾ ਠਾਠ ਠੱਟਿਆ। ਹੋਰ ਕੋਈ ਊਰਾ ਗੁਰੂ ਇਹ ਠਾਠ ਨਹੀਂ ਠੱਟ ਸਕਦਾ ਸੀ। ਨਿਰੰਕਾਰ ਆਕਾਰ ਧਾਰ ਕੇ ਭਗਤ ਵਛਲ ਹੋਏ ਅਵਤਰਨ ਦਾ ਪੂਰੇ ਸਤਿਗੁਰ ਨੇ ਪੂਰਾ ਠਾਠ ਕਿਵੇਂ ਠੱਟਿਆ, ਥਾਟ ਕਿਵੇਂ ਥਟਿਆ, ਇਉਂ ਕਿ ਪੂਰੇ ਸਤਿਗੁਰੂ ਨੇ
ਪੂਰੀ ਕਲਾ ਧਾਰ ਕੇ ਧੁਰੋਂ ਧੁਰ ਦਰੋਂ ਪਾਈ ਬਖਸ਼ਿਸ਼ ਕਰਕੇ ਪੂਰਾ ਸਤਸੰਗਤ ਮੰਡਲ ਰਚਾਇਆ। ਇਸ ਧਰਤੀ ਤੇ ਆ ਕੇ ਐਨ ਸੱਚਖੰਡੀ ਸਤਸੰਗ ਮੰਡਲ ਦਾ ਪ੍ਰੋਟੋਟਾਈਪ, ਅਸਲ ਨਮੂਨਾ ਧੁਰੋਂ ਧਾਰਿਆ। ਪਰਾ ਪੂਰਬਲਾ ਗੁਰਮੰਤਰ ਵਾਹਿਗੁਰੂ ਬਖਸ਼ਿਸ਼ ਵਾਲਾ ਗੁਰਮੰਤਰ, ਪੂਰਾ ਗੁਰਮੰਤਰ ਐਨ ਉਸੇ ਤਰ੍ਹਾਂ ਪਾਰਸ ਕਲਾ ਵਿੱਚ ਅਧਿਕਾਰੀ ਜਗਿਆਸੂਆਂ ਨੂੰ ਦੇ ਕੇ ਦ੍ਰਿੜਾਇਆ, ਜਿਸ ਪ੍ਰਕਾਰ ਕੇ ਵਾਹਿਗੁਰੂ ਨੇ ਆਪਣਾ ਸਵੈ ਨਾਮ ਆਪ ਹੀ ਨੇ ਆਪ ਉਪਾਇਆ ਨਾਮ ਖਾਸ ਆਪ ਸ੍ਰੀ ਗੁਰੂ ਨਾਨਕ ਨਿਰੰਕਾਰੀ ਨੂੰ ਦ੍ਰਿੜਾਇਆ ਸੀ। ਅੰਮ੍ਰਿਤ ਨਾਮ ਪਰਵੇਸ਼ੀ ਪਾਰਸ ਸ਼ਕਤ ਸੰਪੰਨੇ ਪੂਰੇ ਪਿਰਮ ਰਸ ਪਾਰਸ ਰੂਪੀ ਅੰਮ੍ਰਿਤ ਨਾਮ ਨੂੰ ਅਧਿਕਾਰੀ ਜਨਾਂ ਦੇ ਅੰਤਰ ਆਤਮੇ ਪ੍ਰਵੇਸ਼ ਕਰਕੇ ਪੂਰੇ ਸਤਿਗੁਰੂ ਨੇ ਅੰਮ੍ਰਿਤ ਕਲਾ ਸੰਪੰਨ ਪੂਰੇ ਅੰਮ੍ਰਿਤ ਧਾਰੀ ਪੰਚ ਪ੍ਰਵਾਨ ਪੰਚ ਪ੍ਰਧਾਨ ਗੁਰਮੁਖ ਜਨ ਉਤਪੰਨ ਕਰ ਦਿੱਤੇ। ਇਸ ਬਿਦ ਪਾਰਸ ਸ਼ਕਤੀ ਸ਼੍ਰੀ ਅੰਮ੍ਰਿਤ ਕਲਾ ਸੰਪੰਨ ਅੰਮ੍ਰਿਤ ਨਾਮ ਦੇ ਰਸੀਆਂ ਗੁਰਮੁਖ ਜਨਾਂ ਦਾ ਪੂਰਾ ਗੁਰਮੁਖ ਪੰਥ ਚਲਾ ਦਿੱਤਾ। ਇਸ ਪੰਚ ਪ੍ਰਵਾਨੀ ਪੰਚ ਪ੍ਰਧਾਨੀ ਗੁਰਮੁਖਾਂ ਪੂਰੇ ਗੁਰਪੰਥ ਪਿਆਰਿਆਂ ਗੁਰਮੁਖਾਂ ਦੇ ਪੁੰਜ ਅੰਦਰ, ਇਸ ਨਿਰੰਕਾਰੀ ਪੰਥ ਦੇ ਪੁੰਜ ਗੁਰਮੁਖੀ ਜੋਤ ਦਰਸ਼ਨ ਅੰਦਰ ਆਪਣੇ ਨਿਜ ਸਰੂਪ ਦਾ, ਗੁਰੂ ਸਰੂਪ ਦਾ ਅਤੇ ਨਿਰੰਕਾਰ ਕਰਤਾਰ ਦੇ ਪਰਮਾਤਮ ਸਰੂਪ ਦਾ ਪੂਰਾ ਦਰਸ਼ਨ ਪ੍ਰਤਿਬਿੰਬਤ ਕਰਕੇ ਰੱਖ ਦਿੱਤਾ। ਪੂਰੇ ਸਤਿਗੁਰੂ ਨੇ ਪੂਰੇ ਸ਼ਬਦ ਗੁਰਮੰਤਰ ਦਾ ਚੱਕਰ ਚਲਾਇਆ ਅਤੇ ਸਾਧ ਸੰਗਤ ਵਿੱਚ ਪੂਰੇ ਸਤਿਗੁਰੂ ਨੇ ਪੂਰਾ ਬਹਿਣ ਬੈਠਣਾ ਕਰ ਪੂਰਾ ਤਖਤ ਰਚਾ ਦਿੱਤਾ। ਜਿਸ ਪ੍ਰਕਾਰ ਕੇ ਨਿਰੰਕਾਰ ਅਕਾਲ ਪੁਰਖ ਸੱਚਖੰਡ ਵਿਖੇ ਸੱਚਾ ਤਖਤ ਸੱਚ ਮਹਿਲੀਂ ਬੈਸਿਆ ਬਿਰਾਜਮਾਨ ਹੈ, ਤਿਸੇ ਪ੍ਰਕਾਰ ਨਿਰੰਕਾਰ ਦਾ ਰੂਪ ਧਾਰ ਕੇ ਨਿਰੰਕਾਰ ਰੂਪ ਜੋਤ ਆਕਾਰੀ ਗੁਰੂ ਨੇ ਸਾਧ ਸੰਗਤ ਰੂਪੀ ਸੱਚਖੰਡ ਵਿਖੇ ਬੈਠ ਕੇ ਸੱਚੇ ਤਖਤ ਉੱਤੇ ਬਹਿਣਾ ਬੈਠਣਾ ਕੀਤਾ। ਸੱਚਮੁੱਚ ਇਸ ਧਰਤੀ ਉੱਤੇ ਵੀ ਸਾਧ ਸੰਗਤ ਸੱਚਖੰਡ ਹੈ। ਭਗਤ ਵਚਲ ਹੋਏ ਵਸਗਤ ਆਇਆ ਵਾਲਾ ਭਾਈ ਗੁਰਦਾਸ ਜੀ ਦਾ ਵਾਕ ਸਾਂਗੋ ਪਾਂਗ ਘਟਣ ਘਟਾਓ ਰੱਖਦਾ ਹੈ। ਨਿਰੰਕਾਰੀ ਗੁਰੂ ਬਾਬਾ ਸਾਹਿਬ ਸਤਿਗੁਰੂ ਨਾਨਕ ਗੁਰੂ ਕਰਤਾਰ ਨਿਰੰਕਾਰ ਦਾ ਰੂਪ ਵਟਾ ਕੇ ਹੀ ਇਸ ਅਸਾਡੀ ਧਰਤੀ ਉੱਤੇ ਪ੍ਰਗਟ ਹੋਇਆ ਅਤੇ ਸਾਧ ਸੰਗਤ ਵਿਖੇ ਆਣ ਪ੍ਰਗਟ ਜੋਤ ਸਰੂਪੀ ਰੂਪ ਨੂੰ ਜਲਵਾਗਰ ਕਰ ਦਿਖਾਇਆ ਕਿ ਸਾਧ ਸੰਗਤ ਨੂੰ ਸੱਚਖੰਡ ਹੀ ਬਣਾ ਦਿੱਤਾ। ਇਉਂ ਗੁਰਬਾਬਾ ਨਿਰੰਕਾਰੀ ਭਗਤ ਵਛਲ ਹੋਏ ਕਿ ਭਗਤਾਂ ਗੁਰਮੁਖ ਗੁਰਸਿੱਖਾਂ ਦੇ ਵਸਗਤ ਆਇਆ, ਜਿਵੇਂ ਕਿ ਆਪ ਨਿਰੰਕਾਰ ਅਕਾਲ ਪੁਰਖ ਸਤਿਗੁਰ ਗੁਰੂ ਨਾਨਕ ਜੀ ਦੇ ਵਸਗਤ ਹੋਏ ਗਿਆ ਸੀ। ਗੁਰੂ ਸਤਿਗੁਰੂ ਨੇ ਸਤਨਾਮ ਗੁਰਮੰਤਰ ਦੀ ਕਲਾ ਕ੍ਰਿਸ਼ਮੀ ਕਮਾਈ ਕਰਕੇ ਹੀ ਗੁਰਸਿੱਖਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਸਰੂਪ ਦਾ ਦਰਸ਼ਨ ਕਰਾਏ ਦਿੱਤਾ ਅਤੇ ਇਸ ਬਿਦ ਤਤਦਰਸੀ ਅਰਥਾਂ ਵਿੱਚ ਸੱਚਾ ਗਿਆਨ ਗੁਰਸਿੱਖਾਂ ਪ੍ਰਤੀ ਸਮਝਾਏ ਦਿੱਤਾ, ਰੀਅਲਾਈਜ਼ ਕਰਾ ਦਿੱਤਾ ਅਤੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਵਾਲਾ ਸੱਚਾ ਪਰਚਾ ਲਾ ਦਿੱਤਾ ਤੇ ਦੀਵੇ ਨਾਲ ਦੀਵਾ ਜਗਾ ਦਿੱਤਾ। ਇਸ ਭਾਵ ਦਾ ਹੀ ਭਾਈ ਗੁਰਦਾਸ ਜੀ ਦਾ ਅਗਲਾ ਵਾਕ ਹੈ। ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਸੱਚਖੰਡ ਵਸਾਇਆ, ਗੁਰਸਿੱਖ ਲੈ ਗੁਰਸਿੱਖ ਹੋਏ, ਆਪ ਗਵਾਏ ਨਾ ਆਪ ਗਣਾਇਆ, ਗੁਰਸਿੱਖ ਸਭੋ ਸਾਧਨਾ ਸਾਧ ਸਧਾਏ ਸਾਧ ਸਦਵਾਇਆ, ਚੌ ਵਰਣਾ ਉਪਦੇਸ਼ ਦੇ ਮਾਇਆ ਵਿੱਚ ਉਦਾਸ ਰਹਾਇਆ, ਸੱਚੋ ਊਰੈ ਸਭ ਕਿਉ ਸੱਚ ਨਾਉ ਗੁਰਮੰਤ ਦੜਾਇਆ, ਹੁਕਮੈ ਅੰਦਰ ਸਭ ਕੋ ਮੰਨੈ ਹੁਕਮ ਸੋ ਸੱਚ ਸਮਾਇਆ, ਸ਼ਬਦ ਸੁਰਤ ਲਿਵ ਅਲਖ ਲਖਾਇਆ। ਇਸ ਵਾਕ ਵਿੱਚ ਇਹ ਗੱਲ ਨਿਖਰ ਕੇ ਸਪਸ਼ਟ ਹੋ ਗਈ ਕਿ ਨਿਰੰਕਾਰੋਂ ਆਕਾਰ ਧਾਰ ਕੇ ਨਿਰੰਕਾਰ ਰੂਪ ਵਿਅਕਤੀ ਜੋ ਇਸ ਸੰਸਾਰ ਵਿੱਚ ਆਈ ਸਤਿਗੁਰ ਸੱਚੇ ਪਾਤਸ਼ਾਹ ਦੀ ਹੀ ਅਲੌਕਿਕ ਹਸਤੀ ਸੀ। ਸਤਿਗੁਰ ਸੱਚੇ ਪਾਤਸ਼ਾਹ ਨੇ ਨਿਰੰਕਾਰੋਂ ਆਕਾਰ ਕਰ ਆਪਣੀ ਜਗਜੀਵਨ ਜੋਤ ਜਗਾਇਕੈ ਇਸ ਮਾਤ ਲੋਕ ਵਿਖੇ ਹੀ ਸਾਧ ਸੰਗਤ ਰੂਪੀ ਸੱਚਖੰਡ ਦੈਵ ਲੋਕੀ ਸੱਚਖੰਡ ਸਦਰਸ਼ ਵਸਾਏ ਦਿੱਤਾ। ਇਸ ਗੁਰੂ ਵਸਾਈ ਸੱਚਖੰਡ ਰੂਪੀ ਸਾਧ ਸੰਗਮਈ ਸੱਚੀ ਟਕਸਾਲ ਵਿੱਚ ਗੁਰ ਦੀਖਿਆ ਲੈ ਲੈ ਕੇ ਅਨੇਕ ਜੋਤ ਦੀਪ ਜਗਨੰਤਰੀ ਗੁਰਮੁਖ ਉਤਪੰਨ ਹੋਏ। ਐਸੇ ਗੁਰਸਿੱਖ ਪੈਦਾ ਹੋਏ ਜਿਨ੍ਹਾਂ ਨੇ ਸਮੁੰਦ ਰੂਪ ਸਤਿਗੁਰੂ ਦੇ ਸਰੂਪ ਵਿੱਚ ਨਦੀ ਤਰੰਗ ਨਿਆਈ ਆਪਣੇ ਆਪ ਨੂੰ ਲੀਨ ਕਰ ਦਿੱਤਾ। ਇਸ ਬਿਦ ਆਪਣਾ ਆਪ ਗਵਾ ਕੇ ਫਿਰ ਆਪਾ ਨਹੀਂ ਜਣਾਇਆ। ਐਸੇ ਅਲਖ ਨੂੰ ਲਖ ਕੇ ਅਜਰ ਨੂੰ ਜਰਨ ਵਾਲੀ ਸਮਾਈ ਹੋਵੇ ਤਾਂ ਐਸੀ ਹੀ ਹੋਵੇ ਜੈਸੀ ਕਿ ਸਤਿਗੁਰੂ ਦੇ ਅਨੰਨ ਕਮਾਈ ਵਾਲੇ ਅਭਿਆਸੀ ਪੰਚ ਗੁਰਸਿੱਖਾਂ ਵਿੱਚ ਹੈ। ਇਸ ਸੱਚਖੰਡੀ ਸਾਧ ਸੰਗਤ ਰੂਪੀ ਸੱਚ ਟਕਸਾਲ ਤੋਂ ਉਪਜੇ ਐਸੇ ਗੁਰਸਿੱਖ ਪੈਦਾ ਹੋਏ ਹੁੰਦੇ ਹਨ ਅਤੇ ਹੋਣਗੇ ਜਿਨ੍ਹਾਂ ਨੇ ਆਪਣੇ ਮਨ ਨੂੰ ਐਸਾ ਸਾਧਿਆ ਹੈ
ਕਿ ਉਹਨਾਂ ਅੱਗੇ ਸਭੇ ਸਾਧਨਾ ਪਾਣੀ ਭਰਦੀਆਂ ਹਨ। ਇਸ ਬਿਧ ਹੀ ਗੁਰਮਤ ਸਾਧਨਾ ਸਾਧ ਕੇ ਉਹ ਸੱਚਮੁੱਚ ਦੇ ਗੁਰਮਤ ਪ੍ਰਮਾਣੀਕ ਮੰਨੇ ਦੰਨੇ ਸਾਧ ਸਦਵਾਏ, ਪਰ ਉਹਨਾਂ ਨੇ ਹੰਗਤਾ ਵਿੱਚ ਆ ਕੇ ਆਪਣੇ ਆਪ ਨੂੰ ਮਨ ਬਚ ਕਰਮ ਕਰਕੇ ਕਦੇ ਸਾਧ ਨਹੀਂ ਮੰਨਿਆ। ਨਾ ਉਹਨਾਂ ਨੂੰ ਸਾਧ ਸਦਵਾਉਣ ਦਾ ਹੋਛਾ ਤੇ ਫੋਕਾ ਚਸਕਾ ਹੀ ਲੱਗਿਆ। ਸੱਚੇ ਗੁਰਮੁਖ ਸਿੱਖ ਸਾਧਾਂ ਦਾ ਸਾਖਸ਼ਾਤ ਅਸਲੀ ਜੀਵਨ ਮੁਨਾਰਾ ਹੀ ਚੌਂ ਵਰਨਾਂ ਨੂੰ ਉਪਦੇਸ਼ ਦੇਣ ਹਾਰਾ ਹੈ। ਸੱਚੇ ਗੁਰਸਿੱਖ ਸਾਧਾਂ ਦਾ ਗੁਰਮਤ ਸਾਧਨਾ ਸਾਧਿਆ ਜੀਵਨ ਹੀ ਚੰਦਨ ਰੂਪੀ ਹੈ, ਜਿਸ ਤੋਂ ਆਪੇ ਆਪ ਸੁਗੰਧਿਤ ਹੋ ਕੇ ਸਗਲ ਵਰਨ ਆਸ਼ਰਮੀ ਲੋਕ ਚੰਦਨ ਦੀ ਨਿਆਈ ਹੋਏ ਰਹਿੰਦੇ ਹਨ। ਗੁਰਮੁਖ ਸਿੱਖ ਸੰਤ ਭਗਤ ਜਨ ਗ੍ਰਹਸਥ ਅੰਦਰ ਰਹਿ ਕੇ ਅਤੇ ਜੀ ਕਣੀ ਮੁਸ਼ਕਾਤੇ ਜੀ ਦਾਨ ਦਾਤੇ ਕਮਾਈਆਂ ਵਾਲੇ ਜਾਗਦੇ ਜੋਗੀ ਰਾਜ ਜੋਗੀ ਹੋਏ ਕੇ ਫਿਰ ਮਾਇਆ ਅੰਦਰ ਜਲ ਕਮਲ ਵਤ ਅਲੇਪ ਰਹਿੰਦੇ ਹਨ। ਦੁਨੀਆ ਸੱਚ ਲੱਭਣ ਵਿੱਚ ਖਫਾ ਖੂਨ ਹੋਈ ਬੌਂਦਲੀ ਫਿਰਦੀ ਹੈ, ਫਿਰ ਵੀ ਕਿਸੇ ਸੱਚ ਮੁਤਲਾਸ਼ੀ ਨੂੰ ਸੱਚ ਨਹੀਂ ਲੱਭਦਾ। ਪਰ ਇਹ ਸੱਚ ਸੱਚੜਾ ਸੱਚ ਪਦਾਰਥ ਨਾਮ ਸਾਧ ਸੰਗ ਰੂਪੀ ਸੱਚਖੰਡ ਰੂਪੀ ਸੱਚੀ ਗੁਰ ਟਕਸਾਲ ਵਿੱਚੋਂ ਮਿਲਦਾ ਹੈ। ਸਤਿਗੁਰ ਸੱਚਾ ਪਾਤਸ਼ਾਹ ਇਸ ਸੱਚਖੰਡ ਸਾਧ ਸੰਗ ਦਾ ਮਾਲਕ ਹੀ ਆਪਣੀ ਸੱਚਖੰਡੀ ਸੱਚੜੇ ਖਜ਼ੀਨੇ ਵਿੱਚੋਂ ਸਾਧ ਸੰਗ ਮਈ ਸੱਚੀ ਟਕਸਾਲ ਵਿੱਚ ਗੁਰਮੰਤਰ ਗੁਰਮਤ ਨਾਮ ਰੂਪ ਸੱਚ ਪਦਾਰਥ ਗੁਰਸਿੱਖਾਂ ਪ੍ਰਤੀ ਬਖਸ਼ ਕੇ ਦ੍ਰਿੜਾਇ ਦਿੰਦਾ ਹੈ। ਤਾਂ ਤੇ ਗੁਰਸਿੱਖਾਂ ਨੂੰ ਹੀ ਇਸ ਸੱਚੀ ਗੁਰਦਰਗਾਹੇ ਸੱਚ ਪਦਾਰਥ ਮਿਲਦਾ ਹੈ। ਇਸ ਗੁਰਮੰਤਰ ਨਾਮ ਰੂਪੀ ਸੱਚ ਤੋਂ ਹੇਠ ਹੋਰ ਸਾਰੇ ਸੱਚ ਉਰੇਡੇ ਪਰੇਡੇ ਹੀ ਹਨ। ਐਵੇਂ ਦੁਨੀਆ ਪਈ ਸੱਚ ਸੱਚ ਕੂਕਦੀ ਫਿਰਦੀ ਹੈ, ਪਰ ਨਾ ਹੀ ਕੋਈ ਸੱਚ ਦਾ ਸੱਚਾ ਮੁਤਲਾਸ਼ੀ ਹੈ ਤੇ ਨਾ ਹੀ ਇਹ ਸੱਚ ਕਿਸੇ ਨੂੰ ਲੱਜਾ ਹੈ। ਸਭ ਸੱਚ ਤੋਂ ਉਰੇ ਉਰੇ ਹੀ ਰਹਿ ਜਾਂਦੇ ਹਨ। ਜੋ ਸਤਿਗੁਰ ਦੇ ਭਾਣੇ ਅੰਦਰ ਨਹੀਂ ਆਉਂਦੇ, ਜੋ ਸਤਿਗੁਰ ਦੇ ਸੱਚੇ ਹੁਕਮ ਰਜ਼ਾਈ ਸਿੱਖ ਨਹੀਂ ਬਣਦੇ, ਉਹਨਾਂ ਨੂੰ ਸੱਚ ਨਹੀਂ ਮਿਲਦਾ। ਉਂਝ ਤਾਂ ਹੁਕਮੇ ਅੰਦਰ ਸਭ ਕੋਈ ਚੱਲਣ ਦੀਆਂ ਜ਼ਿਹਨੀਅਤਾਂ ਰੱਖਦਾ ਹੈ, ਪਰ ਜੋ ਸਤਿਗੁਰੂ ਦਾ ਹੁਕਮ ਮੰਨਦਾ ਹੈ ਸੋਈ ਸੱਚ ਨੂੰ ਪ੍ਰਾਪਤ ਕਰਦਾ ਅਤੇ ਸੱਚ ਪਦਾਰਥ ਨਾਮ ਨੂੰ ਪ੍ਰਾਪਤ ਕਰਕੇ ਸੱਚ ਵਿੱਚ ਹੀ ਸਮਾਏ ਜਾਂਦਾ ਹੈ। ਐਸੇ ਸੱਚ ਪ੍ਰਾਪਤੀ ਵਾਲੇ ਸਿੱਖਾਂ ਨੇ ਸ਼ਬਦ ਸੁਰਤ ਲਿਵ ਜੋੜ ਕੇ ਅਲੱਖ ਨੂੰ ਲੱਖ ਲਿਆ ਹੈ। ਭਾਈ ਗੁਰਦਾਸ ਜੀ ਨੇ ਇਸ ਬਿਧ ਉੱਪਰ ਲਿਖੇ ਭਾਵ ਨੂੰ ਇਸ ਪੌੜੀ ਵਿਖੇ ਨਿਰਣੇ ਕੀਤਾ ਹੈ। ਨਾਰਾਇਣ ਨਿਜ ਰੂਪ ਧਰ ਨਾਥਾਂ ਨਾਥ ਸਨਾਥ ਕਰਾਇਆ, ਨਰਪਤ ਨਰਹ ਨਰਿੰਦ ਹੈ ਨਿਰੰਕਾਰ ਆਕਾਰ ਬਣਾਇਆ, ਕਰਤਾ ਪੁਰਖ ਵਖਾਣੀਐ ਕਾਰਨ ਕਰਨ ਬਿਰਦ ਬਿਰਦਾਇਆ, ਦੇਵੀ ਦੇਵ ਦਿਵਾਦ ਦੇਵ ਅਲਖ ਅਭੇਵ ਨਾ ਅਲਖ ਲਖਾਇਆ, ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ, ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਨਾਰਾਇਣ ਨਿਰੰਕਾਰ ਨੇ ਨਿਜ ਰੂਪ ਗੁਰੂ ਨਾਨਕ ਸਾਹਿਬ ਦੇ ਵਜੂਦ ਵਿੱਚ ਧਰ ਕੇ ਗੁਰੂ ਸਾਹਿਬ ਨੂੰ ਨਾਥਾਂ ਨਾਥ ਸੱਚਾ ਨਾਥ ਆਪ ਥਾਪ ਦਿੱਤਾ। ਇਹ ਗੁਰੂ ਨਾਨਕ ਸਾਹਿਬ ਮਨੁੱਖ ਰੂਪ ਨਿਰਾ ਨਰ ਨਹੀਂ, ਨਰਾਂ ਦਾ ਪਤੀ ਨਰਾਂ ਦਾ ਪਾਤਸ਼ਾਹ ਹੈ। ਨਰ ਤੇ ਹਰੀ ਦਾ ਸਾਂਝਾ ਸਰੂਪ ਹੈ। ਨਿਰੰਕਾਰ ਆਪ ਆਪਣਾ ਆਕਾਰ ਬਣਾ ਕੇ ਗੁਰੂ ਨਾਨਕ ਦੇ ਜਾਮੇ ਵਿੱਚ ਆਣ ਉਤਰਿਆ ਹੈ। ਕਾਰਨ ਕਰਨ ਸਮਰੱਥ ਕਰਤਾ ਪੁਰਖ ਨੇ ਇਹ ਅਨੂਠਾ ਬਿਰਦ ਬਿਰਦਾਇਆ ਹੈ। ਜਿਸ ਦੇਵਾਦ ਦੇਵ ਅਲਖ ਅਭੇਵ ਕਰਤੇ ਪੁਰਖ ਨੇ ਦੇਵੀ ਦੇਵਤਿਆਂ ਤਾਈਂ ਆਪਣੇ ਅਲਖ ਸਰੂਪ ਨੂੰ ਵੀ ਨਹੀਂ ਲਿਖਾਇਆ, ਅਰਥਾਤ ਇਸ ਅਲਖ ਅਭੇਵ ਸਰੂਪ ਨੂੰ ਦੇਵੀ ਦੇਵਤੇ ਪੈਗੰਬਰ ਆਦਿ ਨਹੀਂ ਲੱਖ ਸਕੇ, ਉਸ ਅਲਖ ਸਰੂਪ ਨੂੰ ਗੁਰੂ ਨਾਨਕ ਦੇਵ ਨੇ ਸਤਨਾਮ ਗੁਰਮੰਤਰ ਜਪਾ ਕੇ ਸਤ ਰੂਪ ਵਿੱਚ ਪ੍ਰਤੱਖ ਲਿਖਾ ਦਿੱਤਾ। ਅਤੇ ਇਸ ਸਤ ਰੂਪ ਲਿਖਾਉਣ ਹਾਰੇ ਸਤਨਾਮ ਨੂੰ ਜਪਾਉਣ ਲਈ ਸਤਿਗੁਰ ਨਾਨਕ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਧਰਮਸ਼ਾਲਾ ਬਣਾ ਕੇ ਸਾਧ ਸੰਗਤ ਸੱਚਖੰਡ ਦਾ ਧੁਰਵਾ ਬੰਨ ਦਿੱਤਾ ਅਤੇ ਨਿਰੰਕਾਰੀ ਸੱਚਖੰਡ ਤੋਂ ਧੁਰੋਂ ਆਂਦੇ ਗੁਰ ਸ਼ਬਦ ਸਤਨਾਮ ਗੁਰਮਤਿ ਨਾਮ ਵਾਹਿਗੁਰੂ ਗੁਰਮੰਤਰ ਦੀ ਗੁਰ ਦੀਖਿਆ ਦੇ ਕੇ ਇਸ ਕਰਤਾਰਪੁਰੀ ਸੱਚੀ ਧਰਮਸਾਲ ਵਿਖੇ ਦਿਨ ਰਾਤ ਵਾਹਿਗੁਰੂ ਨਾਮ ਦਾ ਖੰਡਾ ਖੜਕਵਾਏ ਕਹਿ ਸੱਚਮੁੱਚ ਕਰਤਾਰ ਪੁਰਖ ਨੂੰ ਸ੍ਰੀ ਕਰਤਾਰ ਕਰਤੇ ਪੁਰਖ ਦੀ ਪੁਰੀ ਅਰਥਾਤ ਸੱਚਖੰਡ ਹੀ ਬਣਾ ਦਿੱਤਾ। ਇਸ ਪ੍ਰਕਾਰ ਦੀ ਸਾਧ ਸੰਗਤ ਜੈਸੀ ਕਿ ਗੁਰੂ ਨਾਨਕ ਨਿਰੰਕਾਰੀ ਨੇ ਸ੍ਰੀ ਕਰਤਾਰਪੁਰ ਵਿਖੇ ਰਚੀ ਸਦਾ ਹੀ ਸੱਚਖੰਡ ਸਰੂਪ ਹੈ, ਭਾਵੇਂ ਕਿਤੇ ਵੀ ਹੈ। ਇਹ ਗੁਰੂ ਨਾਨਕ ਨਿਰੰਕਾਰੀ ਨੂੰ ਹੀ ਸਮਰੱਥਾ ਹੈ ਕਿ ਇਹ ਮਾਤ ਲੋਕੀ ਧਰਤੀ ਉੱਤੇ ਸੱਚਖੰਡ ਲਿਆ ਕੇ ਉਤਾਰੇ, ਹੋਰ ਕਿਸੇ ਨੂੰ ਨਹੀਂ। ਪਰ ਇਹਨਾਂ ਉੱਪਰ ਦਿੱਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਾਕ ਪ੍ਰਮਾਣਾਂ ਤੋਂ ਇਹ ਸਿੱਟਾ ਕੱਢ ਲੈਣਾ
ਕਦੇ ਵੀ ਉਚਿਤ ਨਹੀਂ ਕਿ ਸੱਚਖੰਡ ਇੱਥੇ ਇਸ ਧਰਤੀ ਵਿਖੇ ਹੀ ਹੈ ਅਤੇ ਸਾਧ ਸੰਗਤ ਹੀ ਸੱਚਖੰਡ ਹੈ। ਹੋਰ ਸੱਚਖੰਡ ਅਰਸ਼ਾਂ ਕੁਰਸਾਂ ਉੱਤੇ ਕੋਈ ਨਹੀਂ। ਭਾਈ ਗੁਰਦਾਸ ਜੀ ਦਾ ਇਹ ਵਾਕ ਕਿ ਬਾਬਾ ਪੈਦਾ ਸੱਚਖੰਡ, ਨੌਨਿਦ ਨਾਮ ਗਰੀਬੀ ਪਾਈ, ਸਪਸ਼ਟ ਦੱਸਦਾ ਹੈ ਕਿ ਅਰਸ਼ਾਂ ਕੁਰਸਾਂ ਤੇ ਹੀ ਸੱਚਾ ਸੱਚਖੰਡ, ਨਿਰੰਕਾਰੀ ਸੱਚਖੰਡ ਹੈ, ਜਿੱਥੇ ਕੇਵਲ ਗੁਰੂ ਨਾਨਕ ਨਿਰੰਕਾਰੀ ਸੱਚੇ ਹਾਦੀ ਦੀ ਹੀ ਪਹੁੰਚ ਹੈ। ਜਿੱਥੋਂ ਗੁਰੂ ਨਾਨਕ ਨਿਰੰਕਾਰੀ ਨੇ ਨੌਨਿਦ ਨਾਮ ਦੀ ਦਾਤ ਇਲਾਹੀ ਪਾਈ ਅਤੇ ਇਸ ਗੁਰਮੁਖ ਪਾਈ ਦਾਤ ਇਲਾਹੀ ਨੂੰ ਨਵਖੰਡ ਪ੍ਰਿਥਵੀ ਵਿਖੇ ਸੰਚਰਾਏ ਕੇ ਨਾਮ ਅੰਮ੍ਰਿਤ ਸੰਚਰੀਵੀ ਗੁਰਮੁਖ ਜਨਾਂ ਨੂੰ ਵੀ ਸੱਚਖੰਡ ਵਿਖੇ ਪੁਜਾਏ ਕੇ ਸਦਾ ਲਈ ਅਮਰ ਅਟਲ ਕਰ ਦਿੱਤਾ। ਉਹ ਅਮਰ ਅਟਲ ਸੱਚਖੰਡ ਅਰਸ਼ੀ ਕੁਰਸੀ ਅਮਰ ਅਟਾਰੀਆਂ ਵਿਖੇ ਸੱਚਖੰਡ ਹੈ ਅਤੇ ਫਰਸ਼ੀ ਸਾਧ ਸੰਗ ਧਰਮਸਾਲੜੇ ਸੱਚਖੰਡ ਤੋਂ ਰਾਵੀ ਕਿਨਾਰੇ ਵਾਲੇ ਕਰਤਾਰਪੁਰੜੇ ਸੱਚਖੰਡ ਤੋਂ ਨਿਰਾਲਾ ਅਗਮ ਅਗਮਾਲਾ ਹੈ। ਸ੍ਰੀ ਗੁਰੂ ਨਾਨਕ ਨਿਰੰਕਾਰੀ ਦੇ ਸ੍ਰੀ ਕਰਤਾਰਪੁਰ ਵਿਖੇ ਜੋਤ ਜਗਾਉਣ ਕਰਕੇ ਸ੍ਰੀ ਕਰਤਾਰਪੁਰ ਸੱਚਖੰਡ ਬਣਿਆ। ਗੁਰੂ ਨਾਨਕ ਸਾਹਿਬ ਨਿਰੰਕਾਰ ਕਰਤਾਰ ਰੂਪ ਹੋ ਕੇ ਤਿਸ ਸੱਚਖੰਡ ਵਿਖੇ ਬਿਰਾਜਮਾਨ ਰਹੇ ਅਤੇ ਗੁਰੂ ਨਾਨਕ ਦੇ ਨਿਕਟ ਦਰਸਾਈ ਸਿੱਖ ਸੰਤ ਜਨ ਨਿਰੰਕਾਰੀ ਸੱਚਖੰਡ ਵਾਸੀ ਸੰਤ ਭਗਤ ਜਨਾਂ ਸਦਰਸ਼ ਹੋਏ। ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਵਾਲਾ ਵਾਕ ਇਸੇ ਪ੍ਰਥਾਏ ਹੀ ਉਚਰਨਤ ਹੋਇਆ, ਅਰਥਾਤ ਗੁਰਸਿੱਖ ਸੰਤਾਂ ਦੇ ਪਾਸ ਕਰਤਾਰਪੁਰ ਵਿਖੇ ਨਿਰੰਕਾਰ ਰੂਪੀ ਕਰਤਾ ਗੁਰੂ ਨਾਨਕ ਸਾਹਿਬ ਵਸਿਆ। ਹੁਣ ਵੀ ਸਾਧ ਸੰਗਤ ਰੂਪੀ ਕਰਤਾਰਪੁਰੇ ਗੁਰ ਅਸਥਾਨਾਂ ਸਤਸੰਗ ਮੰਡਲਾਂ ਵਿਖੇ ਕਰਤਾ ਪੁਰਖ ਪ੍ਰਤੱਖ ਵਸਦਾ ਹੈ। ਗੁਰੂ ਨਾਨਕ ਨਿਰੰਕਾਰੀ ਕਰਤਾਰ ਰੂਪ ਹੋ ਕੇ ਪ੍ਰਤੱਖ ਵਸਦਾ ਹੈ। ਜਿਨ੍ਹਾਂ ਗੁਰਮਤਿ ਨਾਮ ਦੀ ਅਤੁੱਟ ਅਭਿਆਸ ਸਿਮਰਨ ਕਮਾਈ ਕੀਤੀ ਹੈ ਅਤੇ ਇਸ ਕਮਾਈ ਦਾ ਸਦਕਾ ਤਿਨਾਂ ਦੀ ਇੱਥੇ ਫਰਸ਼ੀ ਸੱਚਖੰਡ ਸਾਧ ਸੰਗਤ ਰੂਪੀ ਸੱਚਖੰਡ ਵਿੱਚ ਬੈਠਿਆਂ ਹੀ ਅਰਸ਼ੀ ਕੁਰਸੀ ਨਿਰੰਕਾਰੀ ਸੱਚਖੰਡ ਵਿਖੇ ਸਮਾਈ ਹੋਈ ਹੈ। ਵਾਹਿਗੁਰੂ ਦਰਸ਼ਨ ਅਦਰਸ਼ੀਆਂ, ਦਰਸ਼ਨ ਅਭਿਲਾਖੀਆਂ ਦੇ ਦਰਸ ਅਦਰਸ਼ੀ ਕਾਰਜ ਰਾਸ ਹੋਏ ਹਨ ਤਾਂ ਵਾਹਿਗੁਰੂ ਨਾਮ ਨੂੰ ਸਿਮਰ ਸਿਮਰ ਕੇ ਹੀ ਹੋਏ ਹਨ। ਤਿਨਾਂ ਨੂੰ ਪੂਰਨ ਪ੍ਰਭੂ ਦੀ ਦਰਸ ਪ੍ਰਾਪਤੀ ਹੋਈ ਹੈ ਤਾਂ ਸੱਚਖੰਡ ਮੰਡਲ ਵਿਖੇ ਪ੍ਰਵੇਸ਼ ਕਰਕੇ ਹੀ ਹੋਈ ਹੈ। ਤਿੱਥੇ ਵੀ ਅਰਥਾਤ ਸੱਚਖੰਡਪੁਰੀ ਵਾਲੇ ਕਰਤਾਰਪੁਰ ਵਿਖੇ ਵੀ ਤਿਨਾਂ ਦਰਸ ਵਿਗਾਸੀ ਗੁਰਮੁਖ ਜਨਾਂ ਨੂੰ ਕਰਤਾ ਪੁਰਖ ਕਰਤਾਰ ਨਿਰੰਕਾਰ ਆਪਣੇ ਸੱਚਖੰਡ ਦਰਬਾਰੀ ਕੰਤੂਹਲ ਕਰ ਰਹੇ ਭਗਤਾਂ ਸੰਤਾਂ ਸੰਯੁਕਤ ਹੀ ਪ੍ਰਤੱਖ ਦਰਸ ਝਲਕਾਰ ਝਲਕਰਤ ਹੋਇਆ ਹੈ। ਇਸ ਭੂਮੀ ਦੇ ਫਰਸ਼ ਨਿਵਾਸੀ ਗੁਰੂ ਵਰੋਸਾਏ ਭਗਤ ਜਨਾਂ ਦੀ ਵਾਹਿਗੁਰੂ ਦਰਸ਼ਨ ਸੱਚਖੰਡ ਸੰਯੁਕਤੀ ਵਾਹਿਗੁਰੂ ਦਰਸ਼ਨ ਆਕਾਂਖੀ ਅਰਦਾਸ ਵੀ ਸਦਾ ਪੂਰੀ ਹੁੰਦੀ ਹੈ। ਸਤਿਗੁਰੂ ਨੇ ਸਦਾ ਉਹਨਾਂ ਦੀ ਅਰਦਾਸ ਨੂੰ ਸਫਲੀ ਕੀਤਾ ਹੈ। ਤਿਨਾਂ ਦੀ ਅਰਦਾਸ ਪੂਰੀ ਹੋਣ ਵਿੱਚ ਕੋਈ ਵੀ ਵਿਘਨ ਨਹੀਂ ਲੱਗਦਾ, ਕਿਉਂਕਿ ਭਗਤ ਜਨਾਂ ਦੀ ਭਗਤ ਕਮਾਈ ਵਾਲਾ ਰਾਸ ਪੂੰਜੀ ਦਾ ਰਖਵਾਲਾ ਆਪ ਗੋਬਿੰਦ ਰਾਏ ਗੁਰੂ ਵਾਹਿਗੁਰੂ ਹੈ। ਤਿਨਾਂ ਨੂੰ ਕਦੇ ਵੀ ਤੋਟ ਨਹੀਂ ਆਉਂਦੀ। ਪੂਰਨ ਭੰਡਾਰ ਜੋ ਹੋਇਆ, ਪੂਰਨ ਭੰਡਾਰ ਵਾਲੀ ਦਾਤ ਦਾ ਅਸਚਰਜ ਕ੍ਰਿਸ਼ਮਾ ਇਹ ਹੈ ਕਿ ਅਗਮ ਅਪਾਰੀ ਵਾਹਿਗੁਰੂ ਦੇ ਜੋਤ ਕਿਰਨਾਰੀ ਚਰਨ ਕਮਲ ਇੱਥੇ ਬੈਠਿਆਂ ਹੀ ਗੁਰਮੁਖ ਭਗਤ ਜਨਾਂ ਦੇ ਰਿੱਧ ਅੰਤਰ ਆਣ ਵਸਦੇ ਹਨ। ਇਸ ਪ੍ਰਕਾਰ ਵਾਹਿਗੁਰੂ ਦੇ ਚਰਨ ਕਮਲਾਂ ਵਿਖੇ ਬਸਣ ਹਾਰਿਆਂ ਅਤੇ ਵਾਹਿਗੁਰੂ ਚਰਨ ਰਿੱਧ ਵਸਾ ਕੇ ਹੋਰ ਤੋਂ ਹੋਰ ਵਧੇਰੇ ਕਮਾਈਆਂ ਕਰਨ ਹਾਰਿਆਂ ਨੂੰ ਸੱਚੇ ਸੁਖ ਦਰਸ਼ਨੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਕੁਝ ਊਣਤਾਈ ਨਹੀਂ ਰਹਿੰਦੀ। ਸਤਿਗੁਰ ਨਾਨਕ ਰੂਪੀ ਸੱਚੇ ਸਾਧ ਗੁਰੂ ਦੇ ਪ੍ਰਸਾਦ ਕਰਕੇ ਹੀ ਪੂਰਨ ਜਗਦੀਸ਼ ਪ੍ਰਭੂ ਪਰਮਾਤਮਾ ਦੇ ਦਰਸ਼ਨ ਭੇਟੀ ਦੇ ਤੇ ਭੇਟ ਸਕੀ ਦੇ ਹਨ। ਗੁਰ ਸਤਿਗੁਰ ਦੜਾਏ ਨਾਮ ਨਿਧਾਨ ਦੇ ਪ੍ਰਤਾਪ ਕਰ ਹੀ ਇਹ ਸੱਚਾ ਸੁਖ ਦਰਸ਼ਨੀ ਆਨੰਦ ਨਸੀਬ ਹੁੰਦਾ ਹੈ ਅਤੇ ਸੱਚਖੰਡ ਦੇ ਪ੍ਰਤੱਖ ਦਰਸ਼ਨਾਂ ਦੀ ਸਮਾਈ ਹੁੰਦੀ ਹੈ। ਸੱਚਖੰਡ ਐਸਾ ਸੁਭਾਏਮਾਨ ਸੱਚਾ ਥਾਨ ਹੈ ਜਿੱਥੇ ਸਦਾ ਹੀ ਜੈ ਜੈਕਾਰ ਆਨੰਦ ਮੰਗਲ ਦੀਆਂ ਧੁਨੀਆਂ ਧੁਨਤ ਲਲਤ ਲੀਲਾ ਵਿੱਚ ਬਿਸਮਤ ਹੋਈਆਂ ਸੁਣਾਈ ਦਿੰਦੀਆਂ ਹਨ। ਯਥਾ ਗੁਰਵਾਕ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੈ ਰਾਸ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਓ ਬਿਘਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਤੋਟ ਨਾ ਆਵੈ ਕਦੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛ ਊਨ ਨ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸ਼ੈ ਜੈ ਜੈਕਾਰ ਸਭੈ ਕਰੈ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ।